ਸਵਾਲ ਜਵਾਬ ਦਾ ਪ੍ਰੋਗਰਾਮ ਲੈ ਕੇ ਅੱਜ ਫਿਰ ਆਪਣੇ ਦਰਸ਼ਕਾਂ ਦੀ ਕਚਹਿਰੀ ਦੇ ਵਿੱਚ ਅਸੀਂ ਹਾਜ਼ਰ ਹੋਏ ਹਾਂ ਤੇ WhatsApp ਦੇ ਉੱਪਰ ਤੁਸੀਂ ਬਹੁਤ ਸਾਰੇ ਸਵਾਲ ਭੇਜਦੇ ਹੋ ਤੇ ਬੜੀ ਖੁਸ਼ੀ ਹੁੰਦੀ ਹੈ ਕਿ ਇਹਨਾਂ ਪ੍ਰੋਗਰਾਮਾਂ ਦਾ ਜਦੋਂ ਤੁਸੀਂ ਆਨੰਦ ਮਾਣਦੇ ਹੋ, ਤੁਸੀਂ ਸੁਣਦੇ ਹੋ ਤੇ ਜੋ ਤੁਹਾਡੇ 'ਚ ਜਿਗਿਆਸਾ ਹੈ ਉਹ ਤੁਹਾਡੇ ਸਵਾਲਾਂ ਦੇ ਰਾਹੀਂ ਸਾਡੇ ਕੋਲ ਉੱਭਰ ਕੇ ਸਾਹਮਣੇ ਆਉਂਦੀ ਹੈ। ਸਾਡੇ ਕੋਲ ਸਤਿਕਾਰਯੋਗ ਬਾਪੂ ਜੀ ਪ੍ਰੋਫੈਸਰ ਇੰਦਰ ਸਿੰਘ ਜੀ ਘੱਗਾ ਤੁਹਾਡੇ ਸਵਾਲਾਂ ਦੇ ਜਵਾਬ ਦੇਣ ਦੇ ਲਈ ਮੌਜੂਦ ਨੇ। ਅੱਜ ਇਹ ਸੇਵਾ ਮੇਰੇ ਹਿੱਸੇ ਆਈ ਹੈ ਕਿ ਮੈਂ ਆਪ ਜੀ ਦੇ ਸਵਾਲ ਉਹਨਾਂ ਤੱਕ ਪਹੁੰਚਾਵਾਂ। ਚਲੋ ਆਪਾਂ ਸਵਾਲਾਂ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ ਤੇ ਸਭ ਤੋਂ ਪਹਿਲਾਂ ਬਾਪੂ ਜੀ ਨੂੰ ਫਤਿਹ ਬੁਲਾਉਂਦੇ ਹਾਂ ਜੀ। ਬਾਪੂ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਤਾਂ ਇਹ ਦੱਸੋ ਤੁਹਾਨੂੰ ਕਿਵੇਂ ਲੱਗਦਾ ਜਦੋਂ ਤੁਹਾਨੂੰ ਇਹ ਸਵਾਲ ਜਵਾਬ ਦਾ ਜਿਹੜਾ ਸਿਲਸਿਲਾ ਤੁਸੀਂ ਸ਼ੁਰੂ ਕੀਤਾ, ਤੁਸੀਂ ਕੀ ਸੋਚ ਰਹੇ ਸੀ ਕਿਹੋ ਜਿਹੇ ਸਵਾਲ ਆਇਆ ਕਰਨਗੇ? ਆਪਣੇ ਮੈਨੂੰ ਲੱਗਦਾ ਸੀ ਕਿ ਕੋਈ ਡੂੰਘੇ ਸਵਾਲ ਨਹੀਂ ਆਉਣੇ ਕਿਉਂਕਿ ਆਪਣਾ ਮਾਨਸਿਕ ਪੱਧਰ ਆਮ ਜਗਿਆਸੂ ਦਾ ਬਹੁਤਾ ਉੱਚਾ ਨਹੀਂ ਹੈ, ਪਰ ਹੌਲੀ ਹੌਲੀ ਮਹਿਸੂਸ ਹੋ ਰਿਹਾ ਹੈ ਕਿ ਸਵਾਲ ਬਹੁਤ ਨੇ ਤੇ ਉਹਨਾਂ ਦੇ ਜਵਾਬ ਕਿਤੋਂ ਮਿਲੇ ਨਹੀਂ। ਹੁਣ ਚੰਗੇ ਸਵਾਲ ਵੀ, ਡੂੰਘੇ ਸਵਾਲ ਵੀ ਬਹੁਤ ਆ ਰਹੇ ਨੇ, ਪਰ ਕਈ ਅਜੇ ਵੀ ਬਹੁਤ ਮਾਮੂਲੀ ਜਿਹੜੇ ਕਿ ਸਾਡੀ ਰੋਜ਼ਾਨਾ ਦੀ ਜ਼ਿੰਦਗੀ 'ਚ ਸਾਨੂੰ ਪਤਾ ਹੋਣਾ ਚਾਹੀਦਾ ਹੈ, ਉਹੇ ਜਿਹੇ ਮਾਮੂਲੀ ਸਵਾਲ ਵੀ ਪੁੱਛਦੇ ਨੇ। ਪਰ ਇਸ ਗੱਲ ਦੀ ਖੁਸ਼ੀ ਹੈ ਕਿ ਬਹੁ ਗਿਣਤੀ ਚੰਗੇ ਡੂੰਘੇ ਸਵਾਲ ਪੁੱਛਣ ਵਾਲੇ ਨੌਜਵਾਨ ਮਾਈ ਭਾਈ ਅਤੇ ਬੀਬੀਆਂ ਭੈਣਾਂ ਸਾਰੇ ਤਰ੍ਹਾਂ ਦੇ ਸਵਾਲ ਪੁੱਛ ਰਹੇ ਨੇ। ਇਸ ਗੱਲ ਦੀ ਬਹੁਤ ਖੁਸ਼ੀ। ਬਿਲਕੁਲ, ਤਾਂ ਆਪਾਂ ਸਵਾਲਾਂ ਦਾ ਅੱਜ ਸਿਲਸਿਲਾ ਜਿਹੜਾ ਸ਼ੁਰੂ ਕਰੀਏ, ਟਾਈਮ ਨਾ ਆਪਾਂ ਬਹੁਤਾ ਲਾਈਏ ਇੱਥੇ। ਤੇ ਪਹਿਲਾ ਸਵਾਲ ਹੈ ਜੀ ਮੇਰੇ ਕੋਲੇ, ਤੇ ਵੈਸੇ ਇਹ ਸਵਾਲ ਨੰਬਰ ਹੈਗਾ 426 ਤੇ ਸਾਡੇ ਵੀਰ ਚਰਨਜੀਤ ਸਿੰਘ ਜੀ ਜਮਸ਼ੇਦਪੁਰ ਤੋਂ ਜੋ ਟਾਟਾ ਨਗਰ ਦੇ ਰਹਿਣ ਵਾਲੇ ਨੇ, ਉਹਨਾਂ ਦਾ ਇਹ ਸਵਾਲ ਹੈ। ਕਹਿੰਦੇ ਅਰਦਾਸ ਦੇ ਵਿੱਚ ਨਾ ਇੱਕ ਪੰਕਤੀ ਆਉਂਦੀ ਹੈ ਕਿ ਜਿਨ੍ਹਾਂ ਦੇਖ ਕੇ ਅਣਡਿੱਠ ਕੀਤਾ, ਇਹਦਾ ਮਤਲਬ ਕੀ ਹੈ? ਕੀ ਦੇਖਿਆ ਤੇ ਕੀ ਅਣਡਿੱਠ ਕੀਤਾ? ਤੇ ਉਹਨਾਂ ਦੇ ਸਵਾਲ ਦਾ ਜਵਾਬ ਅਸੀਂ ਤੁਹਾਡੇ ਤੋਂ ਪੁੱਛਣਾ ਚਾਹੁੰਦੇ ਹਾਂ। ਆਪਾਂ ਬਹੁਤ ਵਾਰੀ ਦੇਖਦੇ ਹਾਂ ਸਮਾਂ ਬਰਬਾਦ ਕਰ ਰਹੇ ਹੁੰਨੇ ਆ, ਮਾਮੂਲੀ ਗੱਲਾਂ ਪਿੱਛੇ ਝਗੜੇ ਕਰਦੇ ਆ, ਬਹਿਸਬਾਜ਼ੀ ਕਰਦੇ ਆ, ਜਿੱਥੇ ਅਸੀਂ ਮਹਿਸੂਸ ਕਰੀਏ ਕਿ ਇਸ ਗੱਲ ਦੇ ਵਿੱਚ ਕੱਢਣ ਪਾਉਣ ਨੂੰ ਕੁਝ ਵੀ ਨਹੀਂ ਹੈ। ਸਮਾਂ ਬਰਬਾਦ ਅਸੀਂ ਬਹੁਤ ਕਰ ਰਹੇ ਹਾਂ, ਉਸ ਨੂੰ ਇਗਨੋਰ ਕਰ ਦਿਓ, ਅਣਡਿੱਠ ਕਰ ਦਿਓ, ਤੇ ਨਹੀਂ ਤਾਂ ਆਪਣੇ ਜ਼ਿੰਦਗੀ ਦੇ ਵਿੱਚ ਦੂਜੇ ਨੂੰ ਤਾਂ ਮੁਸ਼ਕਲਾਂ ਆਉਣੀਆਂ ਨੇ, ਸਾਡੇ ਅੰਦਰ ਵੀ ਖੁਦ ਬੇਚੈਨੀ ਪਰੇਸ਼ਾਨੀ ਪੈਦਾ ਹੁੰਦੀ ਹੈ। ਮੈਂ ਕਈ ਵਾਰੀ ਉਦਾਹਰਨਾਂ ਦਿੰਦਾ ਹਾਂ ਕਿ ਮੇਰੀ ਇਕੱਲੇ ਦੀ ਗਲਤੀ ਦੇ ਨਾਲ ਮੇਰਾ ਨੁਕਸਾਨ ਨਹੀਂ ਹੁੰਦਾ, ਬਲਕਿ ਕਈ ਵਾਰੀ ਦੂਜੇ ਦੀ ਗਲਤੀ ਨਾਲ ਵੀ ਆਪਣਾ ਨੁਕਸਾਨ ਹੋ ਸਕਦਾ ਹੈ। ਤੇ ਜੇ ਆਪਾਂ ਬਚ ਕੇ ਰਹੀਏ ਕਿ ਜਿਵੇਂ ਆਪਾਂ ਹੁਣ ਗੁਰਬਾਣੀ 'ਚ ਵੀ ਪੰਕਤੀਆਂ ਆਉਂਦੀਆਂ ਨੇ ਕਿ ਜੋ ਸ਼ਰਨ ਆਵੈ ਤਿਸ ਕੰਠ ਲਾਵੈ, ਇਹ ਬਿਰਧ ਸੁਆਮੀ ਸੰਦਾ। ਜਿਹੜਾ ਸ਼ਰਨ 'ਚ ਆ ਗਿਆ, ਜਿਹਨੇ ਭੁੱਲ ਆਪਣੀ ਮੰਨ ਲਈ ਤੇ ਉਹਨੂੰ ਫਿਰ ਗਲ ਨਾਲ ਲਾਣਾ, ਆਪਣੇ ਨਾਲ ਪਿਆਰ ਭਰਿਆ ਸਲੂਕ ਕਰਨਾ, ਇਹ ਸਾਡੇ ਵਿੱਚ ਘਟਦਾ ਜਾ ਰਿਹਾ ਹੈ। ਗੁਰੂ ਸਾਹਿਬ ਨੇ ਤਾਂ ਵੱਡੇ ਵੱਡੇ ਚੋਰਾਂ ਠੱਗਾਂ ਨੂੰ ਵੀ ਆਪਣੇ ਨੇੜੇ ਲਿਆਂਦਾ ਤੇ ਉਹਨਾਂ ਦੀਆਂ ਗਲਤੀਆਂ ਮਾਫ ਕਰ ਦਿੱਤੀਆਂ ਤੇ ਉਹਨਾਂ ਦੀਆਂ ਪਿਛਲੀਆਂ ਗਲਤੀਆਂ ਨੂੰ ਅਣਡਿੱਠ ਕਰ ਦਿੱਤਾ, ਅਣਦੇਖਿਆ ਕਰ ਦਿੱਤਾ। ਪਰ ਅੱਜ ਤੋਂ ਤੁਹਾਡੀ ਜ਼ਿੰਦਗੀ ਨਵੀਂ ਸ਼ੁਰੂ ਹੋ ਗਈ। ਗੁਰੂ ਸਾਹਿਬ ਨੇ ਇਸ ਤਰ੍ਹਾਂ ਉਹਨਾਂ ਨੂੰ ਸਮਝਾਇਆ। ਅੱਜ ਵੀ ਜੇ ਕੋਈ ਸਿੱਖ ਧਰਮ ਵੱਲ ਆਉਂਦਾ ਜਾਂ ਬੁਰਾਈਆਂ ਛੱਡ ਕੇ ਚੰਗਾ ਇਨਸਾਨ ਬਣਦਾ ਤਾਂ ਉਹਦੀਆਂ ਪੁਰਾਣੀਆਂ ਬੁਰੀਆਂ ਗੱਲਾਂ ਨੂੰ ਅਣਡਿੱਠ ਕਰ ਦਿਓ, ਛੱਡ ਦਿਓ। ਪਰ ਅੱਜ ਤੋਂ ਬਾਅਦ ਉਹਦੀ ਜ਼ਿੰਦਗੀ ਨਵੀਂ ਸ਼ੁਰੂ ਹੋ ਗਈ ਹੈ। ਇਸ ਤਰ੍ਹਾਂ ਜਿਹੜੀਆਂ ਅਰਦਾਸ ਦੇ ਵਿੱਚ ਆਉਂਦਾ, ਗੁਰਬਾਣੀ ਵਿੱਚ ਵੀ ਆਉਂਦਾ ਕਿ ਨਿੱਕੀਆਂ ਨਿੱਕੀਆਂ ਗੱਲਾਂ ਤੇ ਕਲੇਸ਼ ਕਰਨਾ, ਝਗੜੇ ਕਰਨੇ, ਈਰਖਾ ਕਰਨੀ, ਦੋਵਾਂ ਧਿਰਾਂ ਦੇ ਵਿੱਚ ਪਰੇਸ਼ਾਨੀ ਵੱਧਦੀ ਹੈ। ਇਹਨਾਂ ਗੱਲਾਂ ਨੂੰ ਅਣਦੇਖਿਆ ਕਰ ਦਿੱਤਾ ਜਾਵੇ ਤਾਂ ਚੰਗੀ ਗੱਲ ਹੈ। ਬਦਲੇ ਦੀ ਭਾਵਨਾ ਮਨ 'ਚ ਨਾ ਹੋਵੇ, ਸਮਝਾਉਣ ਦਾ ਵੱਧ ਤੋਂ ਵੱਧ ਉਪਰਾਲਾ ਕਰੋ। ਜੇ ਕੋਈ ਨਹੀਂ ਵੀ ਸਮਝਦਾ ਤਾਂ ਉਹਦੇ ਨਾਲ ਆਪਾਂ ਨਾਤਾ ਤੋੜ ਲਓ, ਪਰ ਉਹਦੇ ਨਾਲ ਦੁਸ਼ਮਣੀ ਪਾਉਣ ਦਾ ਯਤਨ ਨਾ ਕਰੋ। ਸੋ ਇਸ ਤਰ੍ਹਾਂ ਦੀ ਭਾਵਨਾਵਾਂ ਗੁਰਬਾਣੀ 'ਚ ਅਤੇ ਅਰਦਾਸ ਦੇ ਵਿੱਚ ਮੌਜੂਦ ਨੇ ਕਿ ਨਿੱਕੀਆਂ ਨਿੱਕੀਆਂ ਗੱਲਾਂ ਨੂੰ ਵੇਖ ਕੇ ਅਣਡਿੱਠ ਕਰ ਦਿਓ। ਜਿੰਨੀ ਉਹਦੀ ਮੱਤ ਸੀ ਉਹਨਾਂ ਉਹ ਕੰਮ ਕਰ ਗਿਆ ਤੇ ਅਸੀਂ ਆਪਣੀ ਮੱਤ ਜੇ ਚੰਗੀ ਹੈ ਉਹਦੇ ਅਨੁਸਾਰ ਉਹਨੂੰ ਅਣਡਿੱਠ ਕਰ ਦਈਏ। ਕਈ ਵਾਰੀ ਨਿੱਕੀ ਗੱਲ ਦੇ ਕਾਰਨ ਵੱਡੇ ਕਾਰਜ ਵੀ ਕਰਨੋਂ ਅਸੀਂ ਰਹਿ ਜਾਂਦੇ ਹਾਂ, ਰੁਕਾਵਟ ਪੈ ਜਾਂਦੀ ਹੈ, ਛੋਟੀਆਂ ਗੱਲਾਂ 'ਚ ਉਲਝ ਕੇ ਰਹਿ ਜਾਂਦੇ। ਬਹੁਤ ਵਧੀਆ ਬਾਪੂ ਜੀ। ਤੇ ਆਪਾਂ ਅਗਲਾ ਸਵਾਲ ਵੀ ਨਾਲ ਹੀ ਕਰ ਲਈਏ। ਸਵਾਲ ਨੰਬਰ 427 ਵੀਰ ਜਗਦੀਪ ਸਿੰਘ ਬਹਿਰੀਨ ਤੋਂ ਇਹ ਸਵਾਲ ਕਰ ਰਹੇ ਨੇ। ਉਹ ਕਹਿੰਦੇ ਕੁਝ ਇਤਿਹਾਸਕਾਰ ਨਾ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਨਾਲ ਅਫੀਮ ਦੇ ਨਸ਼ੇ ਨੂੰ ਜੋੜਦੇ ਹਨ, ਤੁਹਾਡੇ ਇਹਦੇ ਬਾਰੇ ਕੀ ਵਿਚਾਰ ਨੇ? ਗੁਰਬਾਣੀ ਨੇ ਨਸ਼ੇ ਤੋਂ ਸਾਨੂੰ ਪੂਰੀ ਤਰ੍ਹਾਂ ਰੋਕਿਆ ਤੇ ਜਿੰਨੇ ਵੀ ਨਸ਼ੇ ਹੈਗੇ ਸੀ ਗੁਰਬਾਣੀ ਉਹਨਾਂ ਨੂੰ ਪ੍ਰਵਾਨ ਨਹੀਂ ਕਰਦੀ, ਪੂਰੀ ਤਰ੍ਹਾਂ ਰੱਦ ਕਰਦੀ ਹੈ। ਜਿਹੜੇ ਸਾਧ ਸੰਤ ਆਦਿਕ ਅਖਵਾਉਣ ਵਾਲੇ ਸੀ
ਉਹ ਜੰਗਲਾਂ 'ਚ ਵੀ ਰਹਿੰਦੇ ਸੀ ਤੇ ਉਹਨਾਂ ਦੀ ਜ਼ਿੰਦਗੀ ਜੰਗਲਾਂ 'ਚ ਰਹਿ ਕੇ ਉਹ ਭਾਵੇਂ ਨਾਮ ਸਿਮਰਨ ਦਾ ਨਾਟਕ ਤਾਂ ਬਹੁਤ ਕਰਦੇ ਸੀ, ਭਗਤੀ ਤਪੱਸਿਆ ਦਾ ਨਾਟਕ ਤਾਂ ਬਹੁਤ ਕਰਦੇ ਸੀ, ਪਰ ਪਰਿਵਾਰਾਂ ਤੋਂ ਵਿਛੜ ਕੇ ਬੰਦਾ ਕੋਈ ਸੁਖੀ ਨਹੀਂ ਰਹਿ ਸਕਦਾ ਤੇ ਉਹ ਫਿਰ ਨਸ਼ੇ ਦੀ ਵਰਤੋਂ ਕਰਦੇ ਸੀ। ਇਸੇ ਕਰਕੇ ਜਿਹੜੇ ਸਿੱਖ ਉਹਨਾਂ ਜ਼ਮਾਨਿਆਂ 'ਚ ਹੋ ਸਕਦਾ ਹੈ ਗੁਰੂ ਸਾਹਿਬ ਦਾ ਜਿਹੜਾ ਹੁਕਮ ਹੈ ਉਹਦੀ ਅਣਡਿੱਠ ਕਰਕੇ ਕੋਈ ਨਸ਼ੇ ਦੀ ਵਰਤੋਂ ਕਰਦੇ ਹੁਣ, ਉਹ ਤਾਂ ਅੱਜ ਵੀ ਕਰ ਰਹੇ ਨੇ ਬਹੁਤ ਲੋਕ, ਪਰ ਅਸੀਂ ਤਾਂ ਇੰਨੀ ਜ਼ਿਆਦਤੀ ਕੀਤੀ ਹੈ, ਗੁਰਬਾਣੀ ਦੇ ਨਿਯਮਾਂ ਨੂੰ ਵੀ ਪਾਸੇ ਰੱਖ ਦਿੱਤਾ, ਗੁਰੂ ਸਾਹਿਬ ਦੀ ਸ਼ਖਸੀਅਤ ਨੂੰ ਵੀ ਅਸੀਂ ਪਾਸੇ ਰੱਖ ਦਿੱਤਾ ਤੇ ਆਪ ਤਾਂ ਸ਼ਰਾਬਾਂ ਪੀਣੀਆਂ ਸੀ, ਭੰਗ ਘੋਟ ਕੇ ਪੀਣੀ ਸੀ ਤੇ ਆਪਣੇ ਆਪ ਨੂੰ ਜਸਟੀਫਾਈ ਕਰਨ ਵਾਸਤੇ, ਠੀਕ ਸਿੱਧ ਕਰਨ ਵਾਸਤੇ ਗੁਰੂ ਗੋਬਿੰਦ ਸਿੰਘ ਨੂੰ ਵੀ ਨਸ਼ੇ ਪੀਣ ਦਾ ਆਦੀ ਅਸੀਂ ਦਰਸਾ ਦਿੱਤਾ, ਜਿਹੜਾ ਕਿ ਪਿਛੋਕੜੇ ਦਾ ਸੂਰਜ ਪ੍ਰਕਾਸ਼ ਗ੍ਰੰਥ ਅਤੇ ਜਿਹੜਾ ਬਚਿੱਤਰ ਨਾਟਕ ਉਸ 10ਵਾਂ ਗ੍ਰੰਥ ਹੈ ਉਹਦੇ ਵਿੱਚ ਵੀ ਗੁਰੂ ਸਾਹਿਬ ਨੂੰ ਨਸ਼ੇੜੀ ਬਣਾਇਆ ਹੋਇਆ ਹੈ। ਇਹ ਤਾਂ ਸਾਡੇ ਮੱਥੇ ਦੇ ਉੱਤੇ ਕਲੰਕ ਹੈ ਅਤੇ ਗੁਰੂ ਸਾਹਿਬ ਦੇ ਮੱਥੇ ਦੇ ਉੱਤੇ ਅਸੀਂ ਕਲੰਕ ਕਰਾ ਰਹੇ ਹਾਂ ਤੇ ਦੂਜਿਆਂ ਨੂੰ ਅਸੀਂ ਫਿਰ ਕੀ ਮੱਤ ਦੇਵਾਂਗੇ? ਜੇ ਸਾਡਾ ਗੁਰੂ ਵੀ ਨਸ਼ੇ ਕਰਦਾ ਸੀ ਤੇ ਅਸੀਂ ਤਾਂ ਫਿਰ ਮਾਣ ਨਾਲ ਹੀ ਕਰਾਂਗੇ ਕਿ ਜਿਹੜਾ ਕੰਮ ਸਾਡਾ ਗੁਰੂ ਕਰਦਾ ਅਸੀਂ ਵੀ ਕਰਾਂਗੇ। ਸਾਨੂੰ ਗੁਰੂ ਸਾਹਿਬ ਦੇ ਨਾਲ ਭੈੜੀਆਂ ਗੱਲਾਂ, ਨੀਵੀਆਂ ਗੱਲਾਂ ਜੋੜਨ ਲੱਗੇ ਵੀ ਅੱਜ ਤੱਕ ਸ਼ਰਮ ਨਹੀਂ ਆਈ, ਅਕਲ ਨਹੀਂ ਆਈ। ਜੇ ਸੂਰਜ ਪ੍ਰਕਾਸ਼ ਵਰਗੇ ਨੇ ਪਹਿਲਾਂ ਇਹ ਗੱਲਾਂ ਲਿਖ ਦਿੱਤੀਆਂ ਤਾਂ ਅੱਜ ਵੀ ਰੱਦ ਕਰਨ ਦੀ ਸਾਡੇ 'ਚ ਹਿੰਮਤ ਨਹੀਂ ਆਈ, ਸਿਆਣਪ ਨਹੀਂ ਆਈ। ਅਜੇ ਵੀ ਉਹਨਾਂ ਸੂਰਜ ਪ੍ਰਕਾਸ਼ ਅਤੇ ਹੋਰਨਾਂ ਗ੍ਰੰਥਾਂ ਦੀ ਜਿਹੜੀ ਕਥਾ, ਅਖੌਤੀ ਕਥਾ ਜਿਹਨੂੰ ਕਹਿੰਦੇ ਨੇ ਲੋਕ, ਉਹ ਅੱਜ ਤੱਕ ਗੁਰਦੁਆਰਿਆਂ 'ਚ ਹੋ ਰਹੀ ਹੈ ਤੇ ਅੱਗੇ ਬੈਠੇ ਲੋਕ ਇਹੋ ਜਿਹੇ ਨੀਵੀਂ ਸੋਚ ਵਾਲੇ ਨੇ, ਉਹ ਕਦੀ ਵਿਰੋਧ ਕਰਨ ਦੀ ਹਿੰਮਤ ਨਹੀਂ ਕਰਦੇ ਕਿ ਭਾਈ ਗੁਰੂ ਸਾਹਿਬ ਦਾ ਅਪਮਾਨ ਕਿਉਂ ਕਰਦੇ ਹੋ? ਤੇ ਜੇ ਗੁਰੂ ਸਾਹਿਬ ਸ਼ਰਾਬ ਪੀਂਦੇ ਸੀ ਫਿਰ ਆਪਾਂ ਗੁਰਦੁਆਰੇ ਦੇ ਵਿੱਚ ਠੇਕਾ ਹੀ ਖੋਲ ਲਈਏ, ਇੱਥੇ ਬਹਿ ਕੇ ਪੀਣੀ ਸ਼ੁਰੂ ਕਰ ਦਈਏ। ਤੇ ਜਿਹੜੇ ਨਿਹੰਗ ਨੇ ਇਹਨਾਂ ਨੇ ਭੰਗ ਤਾਂ ਗੁਰਦੁਆਰਿਆਂ ਦੇ ਵਿੱਚ ਘੋਟਣੀ ਸ਼ੁਰੂ ਕਰ ਦਿੱਤੀ ਆ ਬਹੁਤ ਦੇਰ ਤੋਂ। ਆਨੰਦਪੁਰ, ਫਤਿਹਗੜ੍ਹ ਸਾਹਿਬ ਅਤੇ ਦਮਦਮਾ ਸਾਹਿਬ ਇਹ ਭੰਗ ਘੋਟ ਕੇ ਲੋਕਾਂ ਨੂੰ ਵਰਤਾਉਂਦੇ ਵੀ ਆਮ ਵੇਖੇ ਜਾਂਦੇ ਨੇ ਤੇ ਫਿਰ ਜਦੋਂ ਕੋਈ ਪੁੱਛੇ ਫਿਰ ਇਹੀ ਕਹਿੰਦੇ ਨੇ ਕਿ ਗੁਰੂ ਗੋਬਿੰਦ ਸਿੰਘ ਨੇ ਸਾਨੂੰ ਹੁਕਮ ਦਿੱਤਾ ਤੇ ਆਪ ਵੀ ਉਹ ਵਰਤਦੇ ਸੀ, ਅਫੀਮ ਵੀ ਖਾਂਦੇ ਸੀ, ਭੰਗ ਵੀ ਪੀਂਦੇ ਸੀ ਤੇ ਹੌਲੀ ਹੌਲੀ ਇਹ ਸ਼ਰਾਬ ਵੱਲ ਵੀ ਮੋੜ ਲੈਣਗੇ, ਉਹ ਤਾਂ ਸ਼ਰਾਬ ਵੀ ਪੀਂਦੇ ਸੀ। ਸੋ ਇਹ ਨੀਵੀਂ ਪੱਧਰ ਦੀਆਂ ਗੱਲਾਂ ਨੇ, ਅਸੀਂ ਇਹਨਾਂ ਤੋਂ ਬਚਣਾ। ਜੇ ਕੁਝ ਪੁਰਾਣਾ ਲਿਖਿਆ ਪਿਆ ਅਸੀਂ ਉਹਨੂੰ, ਜਿਹੜਾ ਗਲਤ ਗੁਰਬਾਣੀ ਤੋਂ ਉਲਟ ਹੈ, ਅਸੀਂ ਉਹਨੂੰ ਮੰਨਣ ਨੂੰ, ਸਵੀਕਾਰ ਕਰਨ ਨੂੰ ਤਿਆਰ ਨਹੀਂ। ਸਾਡੇ ਗੁਰੂ ਬਹੁਤ ਮਹਾਨ ਸੀ, ਉਹਨਾਂ ਨੇ ਬਹੁਤ ਪਰਉਪਕਾਰ ਕੀਤੇ ਨੇ ਤੇ ਅਸੀਂ ਉਹਨਾਂ ਦੀਆਂ ਜਿਹੜੀ ਜ਼ਿੰਦਗੀ ਨਾਲ ਇਹੋ ਜਿਹੀਆਂ ਚੀਜ਼ਾਂ ਬਰਦਾਸ਼ਤ ਨਾ ਕਰੀਏ। ਇਹਨਾਂ ਪ੍ਰਚਾਰਕਾਂ ਦਾ, ਇਹਨਾਂ ਕਿਤਾਬਾਂ ਦਾ ਡਟ ਕੇ ਵਿਰੋਧ ਕਰੀਏ। ਗੁਰੂ ਸਾਹਿਬ ਦੀ ਪਵਿੱਤਰ ਸ਼ਖਸੀਅਤ ਨੂੰ ਉਹਨਾਂ ਨੇ ਕਲੰਕਿਤ ਕੀਤਾ ਹੋਇਆ। ਬਹੁਤ ਧੰਨਵਾਦ ਬਾਪੂ ਜੀ, ਬਹੁਤ ਹੀ ਵਧੀਆ ਢੰਗ ਦੇ ਨਾਲ ਆਪ ਜੀ ਨੇ ਨਾ ਇਹਦੇ ਤੇ ਚਾਨਣਾ ਪਾਇਆ। ਮੇਰਾ ਖਿਆਲ ਹੈ ਜਿਹੜੇ ਵੀ ਸਾਡਾ ਇਹ ਪ੍ਰੋਗਰਾਮ ਵੇਖਣਗੇ, ਸੁਣਨਗੇ, ਉਹਨਾਂ ਨੂੰ ਚੰਗੀ ਤਰ੍ਹਾਂ ਸਮਝ ਆ ਜਾਣੀ ਹੈ ਕਿ ਅਸੀਂ ਕੀ ਪੜ੍ਹਨਾ ਤੇ ਕੀ ਮੰਨਣਾ, ਕੀ ਸਮਝਣਾ। ਤੇ ਗੁਰੂ ਸਾਹਿਬਾਨ ਦੇ ਨਾਲ ਜੇ ਇਸ ਤਰ੍ਹਾਂ ਦੀਆਂ ਜਿਹੜੀਆਂ ਘਟੀਆ ਚੀਜ਼ਾਂ, ਨਸ਼ੇ ਵਗੈਰਾ, ਵਿਚਾਰ ਏਦਾਂ ਜੋੜਿਆ ਜਾਏਗਾ ਤਾਂ ਦੁਨੀਆ ਦੇ ਵਿੱਚ ਅਸੀਂ ਆਪਣੇ ਗੁਰੂ ਸਾਹਿਬਾਨ ਦੀ ਕਿਹੋ ਜਿਹੀ ਤਸਵੀਰ ਲੈ ਕੇ ਜਾ ਰਹੇ ਹਾਂ, ਉਹਨਾਂ ਦਾ ਆਦਰ ਕਰਾ ਰਹੇ ਹਾਂ ਕਿ ਨਿਰਾਦਰ ਕਰਾ ਰਹੇ ਹਾਂ, ਸਾਨੂੰ ਸਮਝ ਆ ਜਾਏਗਾ। ਸੋ ਅਗਲਾ ਸਵਾਲ ਹੈ ਜੀ, ਇਹ ਸਵਾਲ ਨੰਬਰ ਹੈ 428 ਤੇ ਇਹ ਭੇਜਿਆ ਹੈਗਾ ਸਾਡੇ ਸਤਿਕਾਰਯੋਗ ਵੀਰ ਹਰਦੀਪ ਸਿੰਘ ਇੰਗਲੈਂਡ ਤੋਂ। ਉਹਨਾਂ ਨੇ ਤੇ ਉਹ ਕਹਿੰਦੇ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾ ਕਈ ਟੀਕੇ ਨੇ, ਜਿਵੇਂ ਕਿ ਫਰੀਦਕੋਟੀਆ ਟੀਕਾ, ਪ੍ਰੋਫੈਸਰ ਸਾਹਿਬ ਸਿੰਘ ਟੀਕਾ, ਗਿਆਨੀ ਹਰਬੰਸ ਸਿੰਘ ਦਾ ਟੀਕਾ, ਭਾਈ ਵੀਰ ਸਿੰਘ ਦਾ ਟੀਕਾ ਤੇ ਸੰਤ ਕਿਰਪਾਲ ਸਿੰਘ ਦਾ ਟੀਕਾ, ਇਹ ਉਹਨਾਂ ਨੇ ਮੈਂਸ਼ਨ ਕੀਤੇ ਨੇ। ਤੇ ਉਹ ਇਹ ਪੁੱਛ ਰਹੇ ਨੇ ਆਪ ਜੀ ਤੋਂ ਕਿ ਅਸੀਂ ਕਿਹੜੇ ਟੀਕੇ ਤੇ ਵਿਸ਼ਵਾਸ ਰੱਖ ਸਕਦੇ ਹਾਂ, ਮਤਲਬ ਕਿਹੜਾ ਸਹੀ ਹੈਗਾ ਆਪ ਜੀ ਦੇ ਮੁਤਾਬਕ, ਕਿਉਂਕਿ ਤੁਸੀਂ ਇੰਨੇ ਲੰਬੇ ਸਮੇਂ ਤੋਂ, ਤਕਰੀਬਨ 50 ਸਾਲ ਤੋਂ ਇਸ ਖੇਤਰ ਦੇ ਵਿੱਚ ਵਿਚਰ ਰਹੇ ਹੋ। ਗੁਰਬਾਣੀ ਨੂੰ ਤੇ ਬਾਕੀ ਹੋਰ ਇਤਿਹਾਸ ਨੂੰ, ਦੁਨੀਆ ਦੇ ਧਰਮਾਂ ਦੇ ਇਤਿਹਾਸ ਨੂੰ ਬਹੁਤ ਕੁਝ ਤੁਸੀਂ ਪੜ੍ਹਿਆ, ਵਿਚਾਰਿਆ ਤੇ ਤੁਹਾਡੇ ਕੋਲ ਵਿਸ਼ਾਲ ਜੋ ਗਿਆਨ ਭੰਡਾਰ ਹੈਗਾ ਤੇ ਤੁਸੀਂ ਇਹ ਸਾਰੇ ਟੀਕੇ ਤਕਰੀਬਨ ਦੇਖੇ ਹੋਏ ਨੇ। ਤੇ ਤੁਸੀਂ ਕੀ ਕਹਿ ਸਕਦੇ ਹੋ ਅੱਜ ਦੇ ਸਮੇਂ 'ਚ ਇਹਨਾਂ 'ਚੋਂ ਕੋਈ ਵੀ ਟੀਕਾ ਇਹੋ ਜਿਹਾ ਹੈਗਾ ਤੇ ਜਿਹਨੂੰ ਅਸੀਂ ਇਹ ਕਹਿ ਸਕੀਏ ਕਿ ਹਾਂ ਇਹ ਗੁਰਬਾਣੀ ਦੇ ਸਹੀ ਅਰਥ ਕਰ ਰਿਹਾ ਹੈ, ਜਾਂ ਇਹਨਾਂ 'ਚੋਂ ਕਿਹੜਾ ਥੋੜਾ ਜਿਹਾ ਵਧੀਆ ਹੈ ਤੇ ਜਾਂ ਕੁਝ ਹੋਰ ਕਰਨ ਦੀ ਅੱਗੇ ਜ਼ਰੂਰਤ ਹੈਗੀ ਹੈ? ਪਹਿਲੀ ਗੱਲ ਤਾਂ ਜਿੰਨੇ ਵੀ ਸਾਧਵਾਦੀ ਲੋਕ ਨੇ ਉਹਨਾਂ ਨੇ ਸਾਧਵਾਦ ਨੂੰ ਸਾਹਮਣੇ ਰੱਖ ਕੇ, ਸ਼ਖਸੀ ਪੂਜਾ ਨੂੰ ਸਾਹਮਣੇ ਰੱਖ ਕੇ ਤੇ ਪੁਰਾਤਨ ਦੇਵੀ ਦੇਵਤਿਆਂ ਦੀ ਮਾਨਤਾ ਨੂੰ ਬਰਕਰਾਰ ਰੱਖਣ ਵਾਸਤੇ ਉਹਨਾਂ ਨੇ ਟੀਕੇ ਕੀਤੇ ਨੇ। ਇੱਕ ਤਾਂ ਉਹਨਾਂ ਦਾ ਮਾਨਸਿਕ ਵਿਕਾਸ ਅੱਜ ਤੋਂ 150-200 ਸਾਲ ਪਹਿਲਾਂ ਜਦੋਂ ਟੀਕੇ ਬਣਨੇ ਸ਼ੁਰੂ ਹੋਏ ਨੇ, ਉਹਨਾਂ ਦਾ ਮਾਨਸਿਕ ਵਿਕਾਸ ਹਲੇ ਨਹੀਂ ਹੋਇਆ ਸੀ। ਆਪਾਂ ਸਾਡੇ ਆਪਣੇ ਬਜ਼ੁਰਗ, ਦਾਦੇ ਦਾਦੀਆਂ ਤੇ ਮਾਤਾ ਪਿਤਾ, ਉਹਨਾਂ ਦੀ ਜ਼ਿੰਦਗੀ ਵੱਲ ਵੀ ਝਾਤੀ ਮਾਰ ਸਕਦੇ ਹਾਂ ਕਿ ਸਾਡੇ ਨਾਲੋਂ ਉਹ ਵੀ ਬਹੁਤ ਗੱਲਾਂ ਦੇ ਵਿੱਚ ਅਣਜਾਣ ਸੀ
ਤੇ ਸਾਡਾ ਪੀੜ੍ਹੀ ਦਰ ਪੀੜ੍ਹੀ ਮਾਨਸਿਕ ਵਿਕਾਸ ਹੋ ਰਿਹਾ ਹੈ। ਤੇ ਜਿਹੜੇ ਉਦੋਂ ਵੀ ਬਹੁਤ ਪਹਿਲਾਂ ਹੋ ਚੁੱਕੇ ਬਜ਼ੁਰਗ ਨੇ, ਉਹਨਾਂ ਦਾ ਭਾਵੇਂ ਉਹ ਪੜ੍ਹੇ ਲਿਖੇ ਸੀ, ਪਰ ਮਾਨਸਿਕ ਵਿਕਾਸ ਬਹੁਪੱਖੀ ਤਰੀਕੇ ਨਾਲ ਉਹਨਾਂ ਦਾ ਅਜੇ ਨਹੀਂ ਹੋਇਆ ਸੀ। ਉਦੋਂ ਇਹੋ ਜਿਹੀਆਂ ਕਾਢਾਂ ਵਗੈਰਾ ਹਲੇ ਨਹੀਂ ਸੀ ਜਿਹੜੀ ਸਟੱਡੀ ਉਹ ਬਹੁਤੀ ਤੋਂ ਬਹੁਤੀ ਕਰ ਸਕਣ। ਤੇ ਫਰੀਦਕੋਟੀ ਟੀਕਾ 1880 ਦੇ ਵਿੱਚ ਲਿਖਣਾ ਸ਼ੁਰੂ ਕੀਤਾ ਸੀ। ਉਸ ਟੀਕੇ ਨੂੰ ਉਸੇ ਵਕਤ ਪ੍ਰੋਫੈਸਰ ਗੁਰਮੁਖ ਸਿੰਘ ਨੂੰ ਉਹਨਾਂ ਨੇ ਬੁਲਾਇਆ ਕਿ ਟੀਕਾਕਰਨ ਵਾਲੀ ਕਮੇਟੀ ਦੇ ਵਿੱਚ ਤੁਸੀਂ ਆ ਕੇ ਸ਼ਾਮਲ ਹੋਵੋ। ਜਿਹੜਾ ਉੱਥੋਂ ਦਾ ਕਪੂਰਥਲੇ ਦਾ ਰਾਜਾ ਸੀ, ਉਹਨਾਂ ਦਾ ਇੱਕ ਰਾਜਕੁਮਾਰ ਪ੍ਰੋਫੈਸਰ ਗੁਰਮੁਖ ਸਿੰਘ ਨੂੰ ਆਪਣੇ ਨਾਲ ਲੈ ਕੇ ਗਿਆ। ਇਹ ਮੀਟਿੰਗ ਵਿੱਚ ਸ਼ਾਮਲ ਹੋਏ। ਜਿੱਥੋਂ ਵਿਚਾਰਾਂ ਹੋਈਆਂ, ਉਹਨਾਂ ਸਾਧਵਾਦੀਆਂ ਨੇ ਆਪਣਾ ਪੱਖ ਰੱਖਿਆ ਕਿ ਅਸੀਂ ਇਸ ਤਰ੍ਹਾਂ ਦੇ ਵਿਚਾਰ ਰੱਖਦੇ ਹਾਂ, ਇਸ ਤਰ੍ਹਾਂ ਦਾ ਟੀਕਾ ਤਿਆਰ ਕਰ ਰਹੇ ਹਾਂ। ਪ੍ਰੋਫੈਸਰ ਗੁਰਮੁਖ ਸਿੰਘ ਨੇ ਉਹਨਾਂ ਦੇ ਵਿਚਾਰ ਸੁਣ ਕੇ ਤੁਰੰਤ ਆਪਣੇ ਆਪ ਨੂੰ ਵੱਖ ਕਰ ਲਿਆ ਕਿ ਤੁਹਾਡੇ ਵਿਚਾਰਾਂ ਨਾਲ ਮੈਂ ਸਹਿਮਤ ਨਹੀਂ ਹਾਂ। ਤੁਸੀਂ ਪਰੰਪਰਾਵਾਦੀ, ਸਾਧਵਾਦੀ ਅਤੇ ਦੇਵੀ ਦੇਵਤਿਆਂ ਨੂੰ ਮੰਨਣ ਵਾਲੇ ਹੋ ਤੇ ਗੁਰਬਾਣੀ ਉਹਨਾਂ ਨੂੰ ਪੂਰੀ ਤਰ੍ਹਾਂ ਰੱਦ ਕਰ ਰਹੀ ਹੈ। ਘੱਟੋ ਘੱਟ ਮੈਂ ਆਪਣੇ ਨਾਮ ਨੂੰ ਕਲੰਕਿਤ ਕਰਨ ਵਾਸਤੇ ਤੁਹਾਡੀ ਇਸ ਸਭਾ ਦੇ ਵਿੱਚ ਸ਼ਾਮਲ ਨਹੀਂ ਹੋਵਾਂਗਾ। ਜਿੰਨਾ ਕੰਮ ਹੋਵੇਗਾ ਮੈਂ ਅਲੱਗ ਤਰੀਕੇ ਕਰਾਂਗਾ। ਤੋ ਇਸੇ ਤਰ੍ਹਾਂ ਜਿਹੜਾ ਗਿਆਨੀ ਕਿਰਪਾਲ ਸਿੰਘ ਆਦਿਕ, ਜਿਹੜੇ ਸੱਤੋ ਵਾਲੀ ਗਲੀ ਅੰਮ੍ਰਿਤਸਰ ਤੋਂ ਇਹਨਾਂ ਨੇ ਟੀਕੇ ਕੀਤੇ ਨੇ, ਇਹ ਵੀ ਸਾਧਵਾਦੀ ਢੰਗ ਨਾਲ ਨੇ। ਜਿਹੜੇ ਕੁਝ ਹੱਦ ਤੱਕ ਮਹਿਤੇ ਚੌਂਕ ਵਾਲੀ ਟਕਸਾਲ ਵਾਲੇ ਗਿਆਨੀ ਗੁਰਬਚਨ ਸਿੰਘ ਨੇ ਕੀਤੇ ਨੇ, ਉਹ ਵੀ ਸਾਧਵਾਦੀ ਪੱਖ ਵਾਲੇ ਨੇ। ਤੇ ਗਿਆਨੀ ਹਰਬੰਸ ਸਿੰਘ ਨੇ ਜਿਹੜੇ ਕੀਤੇ ਨੇ, ਗਿਆਨੀ ਹਰਬੰਸ ਸਿੰਘ ਪਟਿਆਲੇ ਵਾਲਾ, ਉਹਨਾਂ ਨੇ ਕਰਾਮਾਤਾਂ ਨੂੰ ਵੀ ਮੰਨਿਆ। ਉਹਨਾਂ ਨੇ ਗੁਰੂ ਸਾਹਿਬ ਨੂੰ ਵੱਖਰੀ ਸ਼ਖਸੀਅਤ ਦੇ ਤੌਰ ਤੇ ਪੇਸ਼ ਕੀਤਾ। ਉਹ ਆਵਾਗਮਨ ਨੂੰ ਵੀ ਮੰਨਦਾ ਰਿਹਾ। ਹੋਰ ਬਹੁਤ ਚੀਜ਼ਾਂ ਜਿਹੜੀਆਂ ਨਾਮ ਸਿਮਰਨ ਦੇ ਉੱਤੇ ਜ਼ੋਰ ਦਿੰਦਾ ਰਿਹਾ। ਮੈਂ ਪਰਸਨਲ ਤੌਰ ਤੇ ਵੀ ਉਹਨਾਂ ਨਾਲ ਵਿਚਾਰ ਕਰਕੇ ਵੇਖੀ ਹੈ। ਉਹ ਇੱਥੋਂ ਤੱਕ ਮੰਨਣ ਤੇ ਮਜਬੂਰ ਹੋ ਗਿਆ ਗਿਆਨੀ ਹਰਬੰਸ ਸਿੰਘ। ਕਹਿੰਦਾ ਫਿਰ ਮੈਂ ਇਹ ਚੀਜ਼ਾਂ ਤਾਂ ਲਿਖ ਬੈਠਿਆ, ਹੁਣ ਮੈਂ ਕੀ ਕਰਾਂ? ਇਹ ਤਾਂ ਤੁਸੀਂ ਗਲਤ ਕਹਿੰਦੇ ਹੋ, ਮੈਨੂੰ ਲੱਗਦਾ ਵੀ ਹਾਂ ਗਲਤ ਨੇ। ਮੈਂ ਉਹਨੂੰ ਕਿਹਾ, ਮੈਂ ਕਿਹਾ ਹੁਣ ਹੋਰ ਕੋਈ ਚਾਰਾ ਨਹੀਂ, ਤੁਸੀਂ ਜਿੰਨਾ ਚਿਰ ਜਿਉਂਦੇ ਹੋ ਉਹ ਗਲਤੀਆਂ ਤੇ ਨਿਸ਼ਾਨੀਆਂ ਲਾ ਦਿਓ, ਨਾਲ ਨੋਟ ਦੇ ਦਿਓ। ਅਗਲੀਆਂ ਐਡੀਸ਼ਨਾਂ ਦੇ ਵਿੱਚ ਤੁਹਾਡੇ ਪਰਿਵਾਰ ਦੇ ਮੈਂਬਰ ਸੋਧ ਕਰਕੇ ਛਪਵਾ ਲੈਣਗੇ। ਇਹਦਾ ਇਹ ਤਰੀਕਾ ਹੈ। ਉਹ ਮੇਰੇ ਕੋਲੇ ਉਹਨੇ ਹਾਮੀ ਭਰੀ ਕਿ ਹਾਂ ਮੈਂ ਇਸ ਤਰ੍ਹਾਂ ਕਰਾਂਗਾ। ਅਗਲੀ ਗੱਲ, ਪ੍ਰਿੰਸੀਪਲ ਤੇਜਾ ਸਿੰਘ ਨੇ 4 ਵਿਦਵਾਨ ਹੋਰ ਨਾਲ ਲਏ। ਉਹਨਾਂ ਨੇ ਵੀ ਵਧੀਆ ਕੰਮ ਕੀਤਾ, ਪਰ ਉਹ ਤਿੰਨ ਵਿਦਵਾਨ ਹੋਰ ਉਹ ਵੱਖ ਹੋ ਗਏ, ਥੋੜੇ ਸਮੇਂ ਤੋਂ ਵੱਧ ਟਾਈਮ ਨਾ ਕੱਢ ਸਕੇ। ਫਿਰ ਪ੍ਰਿੰਸੀਪਲ ਤੇਜਾ ਸਿੰਘ ਨੇ ਇਕੱਲਿਆਂ ਨੇ ਹੀ ਟੀਕਾ ਕੀਤਾ। ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 1940 ਤੋਂ ਲੈ ਕੇ ਅੱਜ ਤੱਕ ਛਪਦਾ ਆ ਰਿਹਾ। 60 ਸਾਲ ਉਹ ਤੇ 20 ਇਹ ਹੋ ਗਏ, 80 ਸਾਲ ਤੋਂ ਉਹੀ ਟੀਕਾ ਛਪ ਰਿਹਾ। ਉਹਦੇ ਵਿੱਚ ਨਵੀਨਤਾ ਅਤੇ ਵਿਕਾਸ ਅੱਜ ਤੱਕ ਸ਼੍ਰੋਮਣੀ ਕਮੇਟੀ ਹੋਰ ਨਹੀਂ ਕਰ ਸਕੀ, ਜਦੋਂ ਕਿ ਹੋਰ ਖੋਜਾਂ ਬਹੁਤ ਹੋ ਗਈਆਂ ਨੇ। ਇਸੇ ਤਰ੍ਹਾਂ ਇਦੋਂ ਬਾਅਦ ਪ੍ਰੋਫੈਸਰ ਸਾਹਿਬ ਸਿੰਘ ਦਾ ਟੀਕਾ ਹੈ, ਉਹਨਾਂ ਦੇ ਵਿੱਚ ਵੀ ਕਮੀਆਂ ਹੈਗੀਆਂ ਨੇ। ਪ੍ਰੋਫੈਸਰ ਸਾਹਿਬ ਸਿੰਘ ਨੇ ਖੁਦ ਵੀ ਮੰਨਿਆ ਕਿ ਮੈਂ ਕੋਈ 100% ਠੀਕ ਨਹੀਂ ਹਾਂ, ਜਿੰਨੀ ਮੇਰੀ ਸਮਝ ਸੀ ਮੈਂ ਉਹਨਾਂ ਕੰਮ ਕਰ ਦਿੱਤਾ। ਸਦਾ ਵਿਕਾਸ ਹੁੰਦਾ ਰਹਿਣਾ ਚਾਹੀਦਾ ਹੈ। ਕੱਲ ਨੂੰ ਹੋਰ ਜਿਹੜੇ ਖੋਜੀ ਵਿਦਵਾਨ ਨੇ ਵਧੀਆ ਟੀਕੇ ਵੀ ਕਰ ਸਕਦੇ ਨੇ। ਸੋ ਇੰਗਲਿਸ਼ ਦੇ ਵਿੱਚ ਵੀ ਟੀਕੇ ਹੋਏ ਨੇ, ਉਹਨਾਂ ਨੇ ਵੀ ਇਹੋ ਜਿਹੇ ਟੀਕੇ ਕੀਤੇ ਨੇ। ਜਿੱਥੇ ਕਿਤੇ ਚਰਨ ਧੂੜ ਸ਼ਬਦ ਆ ਗਿਆ, ਉਹਨਾਂ ਨੂੰ ਡਸਟ ਆਫ ਫੀਟ ਲਿਖ ਕੇ ਧਰ ਦਿੱਤਾ। ਉਹਨਾਂ ਨੇ ਪੈਰਾਂ ਦੀ ਮਿੱਟੀ ਲਿਖ ਦਿੱਤਾ, ਜਦੋਂ ਕਿ ਪੈਰਾਂ ਦੀ ਮਿੱਟੀ ਨਹੀਂ, ਚਰਨ ਧੂੜ ਦਾ ਮਤਲਬ ਹੈ ਨਿਮਰਤਾ ਪ੍ਰਗਟ ਕਰਨ ਦਾ ਇੱਕ ਤਰੀਕਾ। ਤਾਂ ਉਹਨਾਂ ਦੇ ਵਿੱਚ ਵੀ ਕਮੀਆਂ ਬਹੁਤ ਨੇ। ਹੁਣ ਮੈਂ ਇਹਨਾਂ ਨੂੰ ਜਿਹੜਾ ਨੇ ਸਵਾਲ ਪੁੱਛਿਆ, ਇਹ ਜ਼ਰੂਰ ਸਲਾਹ ਦਿਆਂਗਾ, ਬੇਨਤੀ ਕਰਾਂਗਾ ਕਿ ਆਪਣਾ ਮਾਨਸਿਕ ਵਿਕਾਸ ਕਰੋ, ਸਟੱਡੀ ਕਰੋ, ਟੀਕੇ ਸਾਰੇ ਪੜ੍ਹੋ। ਮੈਂ ਤਕਰੀਬਨ ਸਾਰੇ ਟੀਕੇ ਪੜ੍ਹ ਚੁੱਕਿਆ। ਤੁਸੀਂ ਜਿੰਨਾ ਸਟੱਡੀ ਕਰੋਗੇ ਤੁਹਾਡਾ ਮਾਨਸਿਕ ਵਿਕਾਸ ਹੋਵੇਗਾ। ਤੁਸੀਂ ਇਹਨਾਂ ਹੀ ਟੀਕਿਆਂ ਦੇ ਵਿੱਚੋਂ ਨਵੀਂ ਗੱਲ ਲੋਕਾਂ ਦੇ ਸਾਹਮਣੇ ਰੱਖੋਗੇ, ਜਿਹੜੀ ਅੱਜ ਸਾਡੀ ਜ਼ਿੰਦਗੀ ਦੇ ਵਿੱਚ ਕੰਮ ਆਵੇਗੀ, ਭਵਿੱਖ ਦੇ ਵਿੱਚ ਵੀ ਕਈ ਵਾਰੀ ਕੰਮ ਆਵੇਗੀ। ਇਹ ਨਹੀਂ ਹੈ ਕਿ ਜੇ 200 ਸਾਲ ਪਹਿਲਾਂ ਦਾ ਟੀਕਾ ਉਹੀ ਮੁੜ ਕੇ ਸਾਡੇ ਮੱਥੇ ਕੋਈ ਮੜੀ ਜਾਵੇ। ਇਹ ਤਾਂ ਜੀ ਪੁਰਾਤਨ ਪਰੰਪਰਾ ਹੈ, ਇਹ ਤਾਂ ਪੁਰਾਤਨ ਟੀਕਾ ਹੈ, ਇਹ ਤਾਂ ਪੁਰਾਤਨ ਜਨਮ ਸਾਖੀ ਹੈ। ਪੁਰਾਤਨਤਾ ਦੇ ਨਾਲ ਬਹੁਤਾ ਪਿਆਰ ਰੱਖਣ ਵਾਲੇ ਵਰਤਮਾਨ ਤੋਂ ਪਛੜ ਜਾਂਦੇ ਨੇ ਤੇ ਉਹ ਵਿਕਾਸ ਨਹੀਂ ਕਰਦੇ। ਆਪਾਂ ਆਪਣੇ ਮਨ ਦਾ, ਜਦੋਂ ਦਿਮਾਗ ਦਾ ਵਿਕਾਸ ਕਰਾਂਗੇ, ਫਿਰ ਟੀਕੇ ਹੋਰ ਨਵੇਂ ਵਧੀਆ ਵੀ ਕਰਾਂਗੇ ਤੇ ਉਹਨਾਂ ਦੇ ਅਰਥ ਵੀ ਅਸੀਂ ਵਧੀਆ ਤਰੀਕੇ ਕਰ ਸਕਾਂਗੇ। ਜਿਵੇਂ ਕਿ ਅੱਜ ਦੇ ਕੁਝ ਨੌਜਵਾਨ ਇਸ ਤਰ੍ਹਾਂ ਦੇ ਅਰਥ ਕਰ ਰਹੇ ਨੇ, ਖਾਸ ਕਰਕੇ ਭਾਈ ਰਣਜੀਤ ਸਿੰਘ ਇਹ ਬਹੁਤ ਵਧੀਆ ਅਰਥ ਅੱਜ ਦੇ ਹਾਲਾਤ ਅਨੁਸਾਰ ਕਰ ਰਿਹਾ ਹੈ। ਆਪਾਂ ਨੂੰ ਅੱਜ ਦਾ ਜੀਵਨ, ਅੱਜ ਦਾ ਵਿਗਿਆਨਕ ਢੰਗ, ਰੱਬ ਦਾ ਸਰੂਪ, ਇਹ ਸਾਰੀਆਂ ਚੀਜ਼ਾਂ ਅੱਜ ਸਾਡੀ ਜ਼ਿੰਦਗੀ ਤੇ ਜਿਹੜਾ ਫਾਇਦਾ ਕਰਦੇ ਨੇ, ਜਿਹੜੇ ਠੀਕ ਢੁਕਦੇ ਨੇ, ਉਸ ਢੰਗ ਦੇ ਅਰਥ ਹੋਣੇ ਬਹੁਤ ਜ਼ਰੂਰੀ ਨੇ। ਇਹ ਸਦਾ ਹੁੰਦੇ ਰਹਿਣੇ ਚਾਹੀਦੇ। ਬਹੁਤ ਧੰਨਵਾਦ ਜੀ ਆਰਟ ਜੀ ਦਾ। ਤੇ ਮੇਰਾ ਖਿਆਲ ਹੈ ਸਾਡੇ ਸਤਿਕਾਰਯੋਗ ਵੀਰ ਜੀ ਅਮਲ ਕਰਨਗੇ ਤੇ ਸਮਝਣਗੇ ਕਿ ਪੜ੍ਹੀਏ ਭਾਵੇਂ ਕੁਝ ਵੀ, ਪਰ ਆਪਣੀ ਕਾਮਨ ਸੈਂਸ ਤੋਂ, ਆਪਣੀ ਸਮਝ ਤੋਂ ਕੰਮ ਲੈਣਾ ਜ਼ਰੂਰੀ ਹੈ। ਤੇ ਜਦੋਂ ਉਹਦੇ ਮੁਤਾਬਕ ਅਸੀਂ ਕੰਮ ਲਵਾਂਗੇ ਤਾਂ ਫਿਰ ਜਿਹੜੇ ਇਹ ਅਰਥ ਨੇ ਸਾਨੂੰ ਬੜੇ ਵਧੀਆ ਢੰਗ ਦੇ ਨਾਲ ਆਪੇ ਹੀ ਸਮਝ ਆ ਜਾਣੇ ਨੇ। ਤੇ ਅਗਲਾ ਸਵਾਲ ਹੈ ਜੀ 429 ਨੰਬਰ,
ਇਹ ਹੈਗੇ ਨੇ ਸੂਬੇਦਾਰ ਜੋਗਿੰਦਰ ਸਿੰਘ ਜੀ ਕਲਾਨੌਰ ਤੋਂ, ਜਿਹੜਾ ਸਵਾਲ ਕਰ ਰਹੇ ਨੇ। ਉਹ ਕਹਿੰਦੇ ਕਿ ਮੇਰਾ ਸਵਾਲ ਹੈ ਕਿ ਅੰਮ੍ਰਿਤ ਛਕਾਉਣ ਦੀ ਕੀ ਕੋਈ ਉਮਰ ਨਿਰਧਾਰਤ ਹੈਗੀ ਹੈ, ਖੰਡੇ ਬਾਟੇ ਦੀ ਪਾਹੁਲ ਜਿਹਨੂੰ ਆਪਾਂ ਕਹਿ ਦਿੰਦੇ ਆ? ਕਿਉਂਕਿ ਉਹ ਕਹਿੰਦੇ ਮੈਂ ਵੇਖਿਆ ਕਿ ਕਈ ਲੋਕ ਛੋਟੇ ਬੱਚਿਆਂ ਨੂੰ ਵੀ ਅੰਮ੍ਰਿਤ ਛਕਾ ਜਾਂਦੇ ਨੇ, ਜਿਨ੍ਹਾਂ ਨੂੰ ਬਹੁਤੀ ਸੋਝੀ ਵੀ ਨਹੀਂ ਹੁੰਦੀ। ਨਿੱਕੇ ਨਿੱਕੇ ਬੱਚਿਆਂ ਦੇ ਗਲਾਂ ਦੇ ਵਿੱਚ ਕਿਰਪਾਨਾਂ ਪਾਉਣੀਆਂ, ਦਮਾਲਾ ਜਾਂ ਸਜਾ ਦੇਣਾ ਜਾਂ ਕਸ਼ਹਿਰਾ ਪਾ ਦੇਣਾ, ਛੋਟੇ ਛੋਟੇ ਬੱਚਿਆਂ ਤੋਂ ਵੀ ਟਰਾਈ ਕਰਨਾ ਕਿ ਉਸੇ ਤਰ੍ਹਾਂ ਵਿਵਹਾਰ ਕਰਨ ਜਾਂ ਰਹਿਤ ਰੱਖਣ। ਤੇ ਇਹਦੇ ਬਾਰੇ ਥੋੜਾ ਜਿਹਾ ਦੱਸੋ ਕਿ ਕੋਈ ਉਮਰ ਨਿਰਧਾਰਤ ਹੈ ਜਾਂ ਕਦੋਂ ਅੰਮ੍ਰਿਤ ਛਕਣਾ ਚਾਹੀਦਾ ਹੈ, ਜਾਂ ਕਿੱਦਾਂ ਇਹਦੀ ਅੱਜ ਦੀ ਟਾਈਮ ਦੇ ਵਿੱਚ ਸਾਨੂੰ ਕੀ ਕਰਨਾ ਚਾਹੀਦਾ ਹੈਗਾ? ਇਹਨੇ ਆਪ ਫੌਜ ਦੇ ਵਿੱਚ ਰਹਿ ਕੇ ਆਏ ਨੇ, ਮੈਂ ਵੀ ਫੌਜ ਦੇ ਵਿੱਚ ਨੌਕਰੀ ਕੀਤੀ ਹੈ। ਫੌਜ ਦੇ ਵਿੱਚ ਕਿਸੇ ਬੱਚੇ ਨੂੰ ਕਦੇ ਵੀ ਭਰਤੀ ਨਹੀਂ ਕੀਤਾ ਜਾਂਦਾ, ਉਹਦਾ ਬਾਲਗ ਹੋਣਾ ਘੱਟੋ ਘੱਟ 18 ਸਾਲ ਦੀ ਉਮਰ ਹੋਣੀ ਇਹ ਜ਼ਰੂਰੀ ਹੈ। ਤੇ ਉਸ ਤੋਂ ਬਾਅਦ ਉਹਦੀ ਜਿਹੜੀ ਆ ਸਰੀਰਕ ਫਿਟਨੈਸ ਉਹ ਹੋਣੀ ਜ਼ਰੂਰੀ ਹੈ। ਤੇ ਫਿਰ ਉੱਥੇ ਉਹਦੀ ਪੜ੍ਹਾਈ ਲਿਖਾਈ ਉਹਦੇ ਕੰਮ ਦੇ ਮੁਤਾਬਕ ਜਿਹੜੇ ਅਹੁਦੇ ਵਾਸਤੇ ਉਹਨੇ ਅਪਲਾਈ ਕੀਤਾ ਉਹਦੇ ਮੁਤਾਬਕ ਉਹਦੀ ਪੜ੍ਹਾਈ ਹੋਣੀ ਜ਼ਰੂਰੀ ਹੈ। ਤੇ ਫਿਰ ਉਹਦੀ ਸਿਖਲਾਈ ਅੱਗੋਂ ਉਹ ਆਪ ਕਰਵਾਉਂਦੇ ਨੇ, ਜਾਣੀ ਕਿ ਫੌਜ ਦੇ ਵਿੱਚ ਭਰਤੀ ਹੋਣ ਤੋਂ ਬਾਅਦ ਟ੍ਰੇਨਿੰਗ ਹੋਣੀ, ਸਿਖਲਾਈ ਹੋਣੀ ਜ਼ਰੂਰੀ ਹੈ। ਤੇ ਫਿਰ ਜਦੋਂ ਕਿਤੇ ਸਾਲ ਦੀ ਟ੍ਰੇਨਿੰਗ ਹੈ, ਕਿਤੇ 2 ਸਾਲ ਦੀ ਹੈ, ਜਦੋਂ ਕੋਈ ਨੌਜਵਾਨ ਟ੍ਰੇਨਿੰਗ ਲੈ ਕੇ ਆਪਣਾ ਸਰਟੀਫਿਕੇਟ ਹਾਸਲ ਕਰਦਾ, ਉਸ ਤੋਂ ਬਾਅਦ ਉਹਨੂੰ ਕੰਮਾਂ ਦੀਆਂ ਜ਼ਿੰਮੇਵਾਰੀਆਂ ਦਿੱਤੀਆਂ ਜਾਂਦੀਆਂ ਨੇ ਕਿ ਹਾਂ ਹੁਣ ਇਹ ਪੱਕਾ ਫੌਜੀ ਬਣ ਗਿਆ। ਇਹ ਸੂਬੇਦਾਰ ਸਾਹਿਬ ਆਪ ਫੌਜ ਚ ਰਹਿ ਕੇ ਆਏ ਨੇ, ਸਾਰੀ ਗੱਲ ਜਾਣਦੇ ਨੇ। ਤੇ ਜਦੋਂ ਅਸੀਂ ਦੇਖਦੇ ਹਾਂ ਕਿ ਕੋਈ ਅਪਹਾਜ, ਕੋਈ ਭਿਆਨਕ ਬਿਮਾਰੀ ਵਾਲਾ ਜਾਂ ਬਜ਼ੁਰਗ ਜਾਂ ਬੱਚਾ ਉਹ ਫੌਜ ਦੇ ਵਿੱਚ ਭਰਤੀ ਅੱਜ ਤੱਕ ਵੀ ਨਹੀਂ ਹੋ ਸਕਦਾ, ਤਾਂ ਜਿਹੜੀ ਇਹ 10ਵੇਂ ਪਾਤਸ਼ਾਹ ਨੇ ਖੰਡੇ ਕੀ ਪਹੁਲ ਛਕਾ ਕੇ ਫੌਜ ਦੇ ਵਿੱਚ ਭਰਤੀ ਕਰਨ ਦਾ ਨਿਯਮ ਲਾਗੂ ਕੀਤਾ ਸੀ। ਤੇ ਤੁਸੀਂ ਆਪ ਧਿਆਨ ਮਾਰ ਕੇ ਵੇਖ ਲਓ, 5 ਪਿਆਰੇ ਜਿਹੜੇ ਸਾਜੇ ਗਏ ਸੀ, ਪਹਿਲੀ ਵਾਰੀ ਆਪਾਂ ਸਾਰੇ ਪੜ੍ਹਦੇ ਆ, ਤੇ ਉਹ 5 ਦੀ ਉਮਰ 20 ਸਾਲ ਤੋਂ ਉੱਪਰ ਤੇ 30 ਸਾਲ ਤੋਂ ਤਕਰੀਬਨ ਥੱਲੇ ਸੀ, ਨੌਜਵਾਨ ਸੀ ਉਹ ਸਾਰੇ। ਤੇ ਉਹਨਾਂ ਨੂੰ ਬਕਾਇਦਾ ਪਹਿਲਾਂ ਸਿਖਲਾਈ ਦਿੱਤੀ ਗਈ ਸੀ, ਟ੍ਰੇਨਿੰਗ ਦਿੱਤੀ ਗਈ ਸੀ, ਘੋੜਸਵਾਰੀ, ਹਥਿਆਰ ਚਲਾਉਣੇ ਤੇ ਜੰਗ ਯੁੱਧ ਤੇ ਹੋਰ 2 ਪੇਚ, ਇਹ ਸਾਰਾ ਕੁਝ ਉਹਨਾਂ ਨੂੰ ਪਹਿਲਾਂ ਗੁਰੂ ਸਾਹਿਬ ਨੇ ਸਿਖਾਇਆ ਸੀ। ਉਪਰੰਤ ਜ਼ਿੰਦਗੀ ਦੇ ਤੌਰ ਤਰੀਕੇ ਕਿ ਫੌਜ ਦੇ ਵਿੱਚ ਕਿਹੜੇ ਨਿਯਮਾਂ ਨੂੰ ਪੱਕੇ ਤੌਰ ਤੇ ਆਪਣੀ ਜ਼ਿੰਦਗੀ 'ਚ ਲਾਗੂ ਕਰਨਾ ਹੈ, ਜਿਵੇਂ ਕਿ ਬੱਚਿਆਂ ਤੇ, ਬੁੱਢਿਆਂ ਤੇ, ਔਰਤਾਂ ਤੇ ਕੋਈ ਜ਼ੁਲਮ ਨਹੀਂ ਕਰਨਾ, ਉਹਨਾਂ ਨੂੰ ਬੇਦੋਸ਼ਿਆਂ ਨੂੰ ਨਹੀਂ ਮਾਰਨਾ, ਤੇ ਬਗਾਨੀ ਔਰਤ ਨੂੰ ਵੀ ਆਪਣੀ ਧੀ ਭੈਣ ਦੇ ਬਰਾਬਰ ਜਾਣਨਾ, ਇਹ ਨਸ਼ਾ ਨਹੀਂ ਕਰਨਾ। ਇਹ ਬਹੁਤ ਸਾਰੇ ਨਿਯਮ ਫੌਜੀਆਂ ਵਾਸਤੇ ਲਾਗੂ ਹੋਏ ਸੀ। ਤੇ ਅੱਜ ਅਸੀਂ ਕਹਿਣਾ ਇਹ ਸ਼ੁਰੂ ਕਰ ਦਿੱਤਾ ਕਿ ਹੁਣ ਜੀ ਸਿੱਖਾਂ ਦੇ ਵਿੱਚ ਦਾਖਲ ਹੋਣ ਵਾਸਤੇ ਖੰਡੇ ਕੀ ਪਹੁਲ ਲਓ ਜੀ। ਇਹ ਖੰਡੇ ਕੀ ਪਹੁਲ ਲੈਣ ਵਾਸਤੇ ਸਿੱਖੀ 'ਚ ਦਾਖਲਾ ਨਹੀਂ ਸੀ, ਸਿੱਖਾਂ ਦੀ ਫੌਜ ਵਿੱਚ ਦਾਖਲਾ ਸੀ। ਤੇ ਤੁਸੀਂ ਆਪ ਤਜਰਬਾ ਕਰਕੇ ਵੇਖ ਲਓ, ਨਿਹੰਗ ਸਿੰਘ ਜਥੇਬੰਦੀਆਂ ਆਪਣੇ ਆਪ ਨੂੰ, ਭਾਵੇਂ ਉਹਨਾਂ 'ਚ ਬੇਅੰਤ ਗਲਤੀਆਂ ਆ ਗਈਆਂ ਨੇ, ਨਸ਼ੇ ਵਗੈਰਾ ਕਰਨ ਲੱਗ ਪਏ ਨੇ, ਸਮਾਜ ਦਾ ਸੰਵਾਰਦੇ ਵੀ ਅੱਜ ਕੁਝ ਨਹੀਂ, ਪਰ ਪੁਰਾਣੀ ਬੋਲੀ ਉਹਨਾਂ ਦੀ ਅੱਜ ਤੱਕ ਪ੍ਰਚਲਿਤ ਹੈ ਕਿ ਇਹ ਗੁਰੂ ਕੀਆਂ ਫੌਜਾਂ ਨੇ, ਇਹ ਗੁਰੂ ਕੀ ਲਾਡਲੀ ਫੌਜ ਹੈ। ਉਹ ਆਪਣੇ ਆਪ ਨੂੰ ਫੌਜ ਅਖਵਾਉਂਦੇ ਨੇ। ਤਾਂ ਇਹਦਾ ਮਤਲਬ ਹੈ ਫੌਜ 'ਚ ਭਰਤੀ ਕਰਨ ਵਾਸਤੇ ਟ੍ਰੇਨਿੰਗ ਦੇ ਕੇ ਉਹਨਾਂ ਨੂੰ ਹਥਿਆਰ ਪਹਿਨਾਏ ਜਾਂਦੇ ਸੀ ਤੇ ਕੁਝ ਨਿਯਮ ਉਹਨਾਂ ਨੂੰ ਦੱਸੇ ਜਾਂਦੇ ਸੀ, ਕਸਮਾਂ ਚੁਕਾਈਆਂ ਜਾਂਦੀਆਂ ਸੀ। ਜੇ ਕੋਈ ਅੰਮ੍ਰਿਤ ਖੰਡੇ ਕੀ ਪਹੁਲ ਨਹੀਂ ਛਕਦਾ ਤਾਂ ਇਹ ਕਦੀ ਨਾ ਆਖੋ ਕਿ ਤੂੰ ਸਿੱਖ ਨਹੀਂ ਹੈ। ਜਿਹੜਾ ਗੁਰੂ ਗ੍ਰੰਥ ਸਾਹਿਬ ਨੂੰ ਆਪਣੀ ਅਕੀਦਾ ਮੰਨਦਾ ਹੈ, ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਗੁਰੂ ਮੰਨਦਾ ਹੈ, ਉਹ ਸਿੱਖ ਹੈ ਤੇ ਉਹਨੂੰ ਕਿਤੋਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਹੈ। ਜਿਹਨੇ ਫੌਜ ਦੇ ਵਿੱਚ ਭਰਤੀ ਹੋਣਾ ਉਹ ਖੰਡੇ ਕੀ ਪਹੁਲ ਲੈ ਸਕਦਾ ਹੈ। ਤੇ ਅੱਜ ਸੋਚਣਾ ਇਹ ਬਣਦਾ ਹੈ ਕਿ ਅਸੀਂ ਅੱਜ ਕਿਹੜੀ ਫੌਜ ਦੇ ਵਿੱਚ ਭਰਤੀ ਹੋ ਸਕਦੇ ਹਾਂ, ਤੇ ਉਹ ਫੌਜ ਸਾਡੀ ਦੇਸ਼ ਦੀ ਰਾਖੀ ਕਰ ਸਕਦੀ ਹੈ ਕਿ ਨਹੀਂ ਕਰ ਸਕਦੀ, ਜਾਂ ਨਿਹੰਗ ਸਿੰਘ ਸਾਡੀ ਜਿਹੜੀ ਫੌਜ ਅਖਵਾਉਂਦੀ ਹੈ ਉਹ ਦੇਸ਼ ਦੀ ਰਾਖੀ 'ਚ, ਸਿੱਖਾਂ ਦੀ ਰਾਖੀ 'ਚ ਕਿੰਨਾ ਕੁ ਯੋਗਦਾਨ ਪਾਉਂਦੀ ਹੈ, ਤੁਸੀਂ ਆਪ ਵੇਖ ਸਕਦੇ ਹੋ। ਇਸ ਵਕਤ ਸਿੱਖ ਵੀ ਫੌਜ ਦੇ ਵਿੱਚ ਭਰਤੀ ਨੇ, ਜਿਹੜੀ ਭਾਰਤ ਦੀ ਫੌਜ ਹੈ, ਤੇ 에ਅਰ ਫੋਰਸ ਦੇ ਵਿੱਚ, ਨੇਵੀ ਦੇ ਵਿੱਚ, ਉਹ ਸਾਂਝੀ ਭਾਰਤ ਦੀ ਫੌਜ ਸਾਡੇ ਦੇਸ਼ ਦੇ ਲੋਕਾਂ ਦੀ ਅੱਜ ਉਹ ਰਾਖੀ ਕਰ ਰਹੀ ਹੈ। ਅਸੀਂ ਵੱਖਰੀ ਫੌਜ ਰੱਖਣ ਦਾ ਅੱਜ ਹੱਕ ਨਹੀਂ ਰੱਖਦੇ। ਹਾਂ, ਸ਼ੌਂਕ ਹੈ ਕਿਸੇ ਦਾ, ਕਿਸੇ ਨੂੰ ਖੁਸ਼ੀ ਮਿਲਦੀ ਹੈ, ਉਹ ਬੇਸ਼ੱਕ ਖੰਡੇ ਦੀ ਪਹੁਲ ਛਕ ਲਵੇ, ਪਰ ਇਹ ਫੌਜ ਦੇ ਵਿੱਚ ਭਰਤੀ ਹੋਣ ਦਾ ਇੱਕ ਤਰੀਕਾ ਸੀ। ਤੇ ਫੌਜ ਦੇ ਵਿੱਚ ਨੌਜਵਾਨਾਂ ਨੂੰ ਟ੍ਰੇਨਿੰਗ ਲੈ ਕੇ ਭਰਤੀ ਹੋਣ ਵਾਸਤੇ ਗੁਰੂ ਸਾਹਿਬ ਨੇ ਕਿਹਾ ਸੀ। ਬੱਚਿਆਂ ਨੂੰ, ਬੁੱਢਿਆਂ ਨੂੰ ਜਾਂ ਬਿਮਾਰਾਂ ਨੂੰ ਉਹ ਗਲ 'ਚ ਐਵੇਂ ਕਿਰਪਾਨਾਂ ਨਹੀਂ ਸੀ ਪਵਾਈਆਂ। ਉਹਨਾਂ ਨੇ ਖੰਡੇ ਕੀ ਪਹੁਲ ਛਕ ਕੇ ਦੇਸ਼ ਦੀ, ਕੌਮ ਦੀ ਰਾਖੀ ਵਾਸਤੇ ਆਪਣਾ ਯੋਗਦਾਨ ਪਾਇਆ ਸੀ। ਬਹੁਤ ਵਧੀਆ, ਬੜੇ ਵਿਸਥਾਰ ਦੇ ਨਾਲ ਆਪ ਜੀ ਨੇ ਸਾਰਾ ਕੁਝ ਬਿਆਨ ਕਰ ਦਿੱਤਾ। ਤੇ ਮੇਰਾ ਖਿਆਲ ਹੈ ਕੱਲੇ ਸਾਡੇ ਇਹ ਸੂਬੇਦਾਰ ਸਾਹਿਬ ਹੀ ਨਹੀਂ, ਹੋਰ ਵੀ ਜਿੰਨੇ ਵੀ ਇਹ ਪ੍ਰੋਗਰਾਮ ਨੂੰ ਅੱਜ ਵੇਖਣਗੇ, ਸੁਣਨਗੇ, ਤੇ ਉਹਨਾਂ ਨੂੰ ਵੀ ਚੰਗੀ ਤਰ੍ਹਾਂ ਸਮਝ ਆ ਜਾਣੀ ਹੈ ਕਿ ਖੰਡੇ ਬਾਟੇ ਦੀ ਪਾਹੁਲ ਲੈਣ ਦਾ ਉਸ ਵੇਲੇ ਮਕਸਦ ਕੀ ਸੀ, ਕਿਉਂ ਛਕਾਇਆ, ਤੇ ਅੱਜ ਇਹਦੀ ਕਿੰਨੀ ਕੁ ਲੋੜ ਹੈਗੀ ਹੈ, ਜਾਂ ਅਸੀਂ
ਕਿਹੜਾ ਸਾਡਾ ਮੁੱਖ ਮੰਤਵ ਹੈ ਜਿਹਨੂੰ ਰੱਖ ਕੇ ਅਸੀਂ ਇਹ ਅੰਮ੍ਰਿਤ ਛਕਣਾ ਹੈਗਾ। ਤੇ ਇੱਕ ਅਗਲਾ ਹੋਰ ਸਵਾਲ ਹੈ ਜੀ 430 ਨੰਬਰ। ਇਹ ਸਾਡੇ ਕੋਈ ਸਹਿਜਧਾਰੀ ਉਹਨਾਂ ਨੇ ਆਪਣੇ ਆਪ ਨੂੰ ਲਿਖਿਆ, ਸਹਿਜਧਾਰੀ ਸਿੱਖ ਰਾਜਕੁਮਾਰ ਬਾਗਲਾ, ਤੇ ਉਹਨਾਂ ਨੇ ਪੁੱਛਿਆ ਬਾਪੂ ਜੀ ਕਿ ਸਹਿਜਧਾਰੀ ਸਿੱਖ ਦੀ ਪਰਿਭਾਸ਼ਾ ਕੀ ਹੈ? ਇਹਦੇ ਬਾਰੇ ਕਹਿੰਦੇ ਮੈਂ ਜਾਣਨਾ ਚਾਹੁੰਦਾ, ਕਿਉਂਕਿ ਸਿੱਖਾਂ 'ਚ ਕਿਹਾ ਜਾਂਦਾ ਨਾ ਇੱਕ ਅੰਮ੍ਰਿਤਧਾਰੀ ਸਿੱਖ ਆ, ਇੱਕ ਸਹਿਜਧਾਰੀ ਸਿੱਖ ਆ। ਮਤਲਬ ਸਹਿਜਧਾਰੀ ਸਿੱਖ ਦੀ ਪਰਿਭਾਸ਼ਾ ਕੋਈ ਹੋਵੇ ਤਾਂ ਤੁਸੀਂ ਸਾਰਿਆਂ ਨੂੰ ਜ਼ਰੂਰ ਦੱਸੋ। ਆ ਜਿਹੜੀ ਆਪਾਂ ਨੇ ਖੰਡੇ ਕੀ ਪਹਲ ਵਾਲੀ ਹੁਣੇ ਵਿਸਥਾਰ ਸਹਿਤ ਗੱਲ ਦੱਸੀ ਹੈ, ਉਹ ਤਾਂ ਫੌਜ ਦੇ ਵਿੱਚ ਜਿਹੜੇ ਭਰਤੀ ਹੋ ਗਏ ਉਹ ਤਾਂ ਹੋ ਗਏ ਫੌਜੀ, ਤੇ ਬਾਕੀ ਉਹਨਾਂ ਦੇ ਪਰਿਵਾਰ ਦੇ ਮੈਂਬਰ, ਜਿਵੇਂ ਤੁਸੀਂ ਆਪ ਅੰਦਾਜ਼ਾ ਲਾ ਲਓ, ਅੱਜ ਵੀ ਭਾਰਤ ਸਰਕਾਰ ਦੀ ਫੌਜ ਦੇ ਵਿੱਚ ਕੋਈ ਨੌਜਵਾਨ ਭਰਤੀ ਹੋ ਜਾਵੇ, ਦੇਸ਼ ਦੀ ਰਾਖੀ ਕਰਦਾ ਲੜਦਾ ਹੋਇਆ ਉਹ ਸਰਹੱਦ ਦੇ ਉੱਤੇ ਸ਼ਹੀਦ ਹੋ ਜਾਵੇ, ਤੇ ਭਾਰਤ ਸਰਕਾਰ ਉਹਦੇ ਘਰਦਿਆਂ ਨੂੰ ਆਖੇ ਕਿ ਉਹ ਕੱਲਾ ਤਾਂ ਦੇਸ਼ ਦੀ ਰਾਖੀ ਕਰਦਾ ਸੀ, ਤੁਸੀਂ ਤਾਂ ਕੁਝ ਨਹੀਂ ਕੀਤਾ, ਅਸੀਂ ਤੁਹਾਡਾ ਕੁਝ ਨਹੀਂ ਭਲਾ ਕਰਨਾ, ਤੁਹਾਨੂੰ ਕੋਈ ਉਹਦਾ ਬਣਦਾ ਰਕਮ ਪੈਸਾ ਸਹਾਇਤਾ ਅਸੀਂ ਨਹੀਂ ਦੇਣੀ, ਪੈਨਸ਼ਨ ਨਹੀਂ ਦੇਣੀ, ਤਾਂ ਅਸੀਂ ਫਿਰ ਮੁੜ ਕੇ ਫੌਜ 'ਚ ਭਰਤੀ ਨਹੀਂ ਹੋਵਾਂਗੇ। ਵੀ ਲਾਹਨਤ ਹੈ ਜੀ ਫੌਜ ਦੀ, ਜਿਹੜੇ ਸਾਡੇ ਪਰਿਵਾਰ ਦੀ ਰਾਖੀ ਨਹੀਂ ਕਰਦੇ। ਅਸੀਂ ਆਪਣਾ ਪੁੱਤਰ ਲੇਖੇ ਲਾ ਦਿੱਤਾ ਤੇ ਸਰਕਾਰ ਸਾਡੀ ਸਾਰ ਲੈਣ ਨੂੰ ਵੀ ਤਿਆਰ ਨਹੀਂ ਹੈ। ਇਸੇ ਤਰ੍ਹਾਂ ਜਿਹੜੇ ਸਹਿਜਧਾਰੀ ਸੀ ਉਹਨਾਂ ਦੇ ਬੱਚੇ ਸਿੰਘ ਸਜਦੇ ਸੀ, ਜਾਣੀ ਕਿ ਖੰਡੇ ਕੀ ਪਹਲ ਲੈਂਦੇ ਸੀ, ਜਿਨ੍ਹਾਂ ਦਾ ਗੁਰੂ ਨਾਲ ਪਿਆਰ ਸੀ, ਬਾਣੀ ਨਾਲ ਪਿਆਰ ਸੀ, ਤੇ ਜਿਹੜੇ ਆਪਣੇ ਪੁੱਤਰਾਂ ਨੂੰ ਧੀਆਂ ਨੂੰ ਸਿੰਘ ਸਜਾਉਂਦੇ ਸੀ, ਮੈਦਾਨੇ ਜੰਗ 'ਚ ਵੀ ਤੋਰਦੇ ਸੀ, ਤੇ ਉਹਨਾਂ ਨੂੰ ਆਖੀ ਜਾਈਏ ਤੁਸੀਂ ਸਿੱਖ ਨਹੀਂ ਹੈਗੇ, ਇਹ ਬਹੁਤ ਵੱਡੀ ਜਾਤੀ ਹੈ ਉਹਨਾਂ ਦੇ ਨਾਲ। ਤੇ ਉਹਨਾਂ ਦੇ ਮਾਤਾ ਪਿਤਾ ਭੈਣ ਭਾਈ ਉਹ ਸਾਰੇ ਵੀ ਸਿੱਖ ਨੇ, ਤੇ ਉਹਨਾਂ ਨੇ ਕੀ ਹੋਇਆ ਜੇ ਫੌਜ 'ਚ ਭਰਤੀ ਨਹੀਂ ਹੋਏ, ਪਰ ਬਾਕੀ ਸੇਵਾ ਉਹ ਕਰ ਰਹੇ ਨੇ। ਆਪਣੇ ਪੁੱਤਰ ਨੂੰ, ਆਪਣੇ ਨੌਜਵਾਨ ਬੇਟੇ ਨੂੰ ਉਹਨਾਂ ਨੇ ਫੌਜ 'ਚ ਸੇਵਾ ਵਾਸਤੇ ਭੇਜਿਆ। ਤੇ ਸਹਿਜਧਾਰੀ ਦਾ ਮਤਲਬ ਸੀ ਸਹਿਜੇ ਸਹਿਜੇ ਗੁਰਮਤ ਵਾਲੇ ਪਾਸੇ ਆਉਣ ਵਾਲਾ, ਗੁਰੂ ਗ੍ਰੰਥ ਸਾਹਿਬ ਨੂੰ ਮਨ ਕਰਕੇ ਮੰਨਣ ਵਾਲਾ। ਜਿਹੜਾ ਮਨ ਕਰਕੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ ਹੈ, ਉਹ ਕਿਸੇ ਤੋਂ ਸਰਟੀਫਿਕੇਟ ਨਾ ਲੈਣਾ ਪਵੇ ਤੇ ਆਪਣੇ ਆਪ ਆਖੇ ਕਿ ਮੈਂ ਸਿੱਖ ਹਾਂ। ਤੇ ਇੱਥੇ ਤਾਂ ਜਿਹੜੇ ਆਪਣੇ ਆਪ ਨੂੰ ਅਸੀਂ ਸਿੱਖ ਅਖਵਾਉਂਦੇ ਸੀ, ਪਰ ਸਾਡੇ ਤਖਤਾਂ ਤੇ ਕਾਬਜ ਸਾਧ ਸੰਤ ਡੇਰੇਦਾਰ ਉਹ ਸਾਨੂੰ ਪ੍ਰਚਾਰਕਾਂ ਨੂੰ, ਸੁਧਾਰਵਾਦੀਆਂ ਨੂੰ ਵੀ ਸਿੱਖ ਮੰਨਣ ਨੂੰ ਤਿਆਰ ਨਹੀਂ। ਮੈਨੂੰ ਵੀ ਪੰਥ ਚੋਂ ਛੇਕ ਦਿੱਤਾ, ਭਾਈ ਰਣਜੀਤ ਸਿੰਘ ਨੂੰ ਵੀ ਛੇਕ ਦਿੱਤਾ, ਗੁਰਬਖਸ਼ ਸਿੰਘ ਕਾਲਾ ਅਫਗਾਨਾ ਨੂੰ ਛੇਕ ਦਿੱਤਾ, ਜੋਗਿੰਦਰ ਸਿੰਘ ਨੂੰ ਪੰਥ ਚੋਂ ਸਪੋਕਸਮੈਨ ਵਾਲਿਆਂ ਨੂੰ ਛੇਕ ਦਿੱਤਾ, ਪ੍ਰੋਫੈਸਰ ਦਰਸ਼ਨ ਸਿੰਘ ਨੂੰ ਛੇਕ ਦਿੱਤਾ, ਪ੍ਰੋਫੈਸਰ ਗੁਰਮੰਗ ਸਿੰਘ ਤੇ ਗਿਆਨੀ ਦਿੱਤ ਸਿੰਘ ਨੂੰ ਪੰਥ ਚੋਂ ਛੇਕ ਦਿੱਤਾ। ਇਹਨਾਂ ਨੇ ਤਾਂ ਜਿਹੜਾ ਵੀ ਸੁਧਾਰ ਕਰਨ ਦਾ ਉਪਰਾਲਾ ਕਰਦਾ ਹੈ, ਉਹਨਾਂ ਨੂੰ ਆਪਣੇ ਜਿਹੜਾ ਅੱਜ ਭੇਟਾ ਪੂਜਾ ਚੜਾਵਾ, ਕਿਤੇ ਇਹ ਨਵੇਂ ਪ੍ਰਚਾਰ ਦੇ ਕਾਰਨ ਇਹਨਾਂ ਦੀ ਇਨਕਮ ਘਟ ਨਾ ਜਾਵੇ, ਇਸ ਕਰਕੇ ਸੁਧਾਰਵਾਦੀ ਬੰਦਿਆਂ ਨੂੰ ਇਹ ਛੇਕ ਰਹੇ ਨੇ, ਤੇ ਨੇੜੇ ਲਿਆਉਣ ਦਾ ਕੋਈ ਵੀ ਉਪਰਾਲਾ ਇਹਨਾਂ ਨੇ ਅੱਜ ਤੱਕ ਨਹੀਂ ਕੀਤਾ। ਸਾਡੇ ਬੱਚੇ ਭੈਣ ਭਰਾ ਕੋਈ ਰਾਧਾ ਸਵਾਮੀਆਂ ਵੱਲ ਜਾਂਦਾ ਹੈ, ਕੋਈ ਨਿਰੰਕਾਰੀਆਂ ਵੱਲ, ਕੋਈ ਸੱਚੇ ਸੌਦੇ ਵੱਲ, ਤੇ ਹੋਰ ਅਨੇਕਾਂ ਜਥੇਬੰਦੀਆਂ ਬਣ ਗਈਆਂ। ਸੋ ਉਹਨਾਂ ਵੱਲ ਕਿਉਂ ਜਾਂਦੇ ਨੇ ਲੋਕ? ਕਿਉਂਕਿ ਅਸੀਂ ਉਹਨਾਂ ਨੂੰ ਸਾਂਭਣ ਵਾਸਤੇ ਕੋਈ ਉਪਰਾਲਾ ਹੀ ਨਹੀਂ ਕੀਤਾ, ਉਹਨਾਂ ਨੂੰ ਕੀ ਗਿਆਨ ਨਹੀਂ ਦਿੱਤਾ, ਕੋਈ ਸਹਾਇਤਾ ਨਹੀਂ ਕੀਤੀ। ਇਸੇ ਤਰ੍ਹਾਂ ਸਹਿਜਧਾਰੀ ਵੀ ਸਾਡੇ ਆਪਣੇ ਭਰਾ ਨੇ, ਸਹਿਜਧਾਰੀ ਸਿੱਖ ਇਹ ਕੋਈ ਬਗਾਨੇ ਨਹੀਂ ਹੈਗੇ। ਹਾਈ ਕੋਰਟ ਚੰਡੀਗੜ੍ਹ ਦੇ ਵਿੱਚ ਸਹਿਜਧਾਰੀ ਮੁਕੱਦਮਾ ਕਰਕੇ ਕਹਿ ਰਹੇ ਨੇ ਕਿ ਅਸੀਂ ਸਿੱਖਾਂ। 2011 ਤੋਂ ਮੁਕੱਦਮਾ ਚੱਲ ਰਿਹਾ ਹਾਈ ਕੋਰਟ ਦੇ ਵਿੱਚ ਚੰਡੀਗੜ੍ਹ, ਤੇ ਸਾਡੇ ਜਥੇਦਾਰ ਅਤੇ ਸ਼੍ਰੋਮਣੀ ਕਮੇਟੀ ਇਹ ਕਹਿ ਰਹੀ ਹੈ ਅਸੀਂ ਤੁਹਾਨੂੰ ਸਿੱਖ ਨਹੀਂ ਮੰਨਦੇ, ਤੁਸੀਂ ਸਹਿਜਧਾਰੀ ਹੋ, ਤੁਸੀਂ ਪਹਿਲਾਂ ਖੰਡੇ ਕੀ ਪਹਲ ਲਓ, ਦਾੜੀ ਕੇਸ ਰੱਖੋ, ਤੇ ਫਿਰ ਤੁਸੀਂ ਸਿੱਖ ਮੰਨਾਂਗੇ, ਨਹੀਂ ਤਾਂ ਅਸੀਂ ਸਿੱਖ ਨਹੀਂ ਮੰਨਾਂਗੇ। ਇਹ ਕਹਿ ਰਹੇ ਨੇ ਅਸੀਂ ਸਿੱਖਾਂ, ਤੇ ਸ਼੍ਰੋਮਣੀ ਕਮੇਟੀ ਵਾਲੇ ਕਹਿ ਰਹੇ ਨੇ ਤੁਸੀਂ ਸਿੱਖ ਨਹੀਂ ਹੈਗੇ। ਇਹ ਹਾਲਤ ਸਾਡੀ ਹੋ ਚੁੱਕੀ ਹੋਈ ਹੈ। ਸੋ ਜਿਹਨੇ ਵੀ ਸਿੱਖ ਆਪਣੇ ਆਪ ਨੂੰ ਅਖਵਾਉਣਾ ਉਹ ਮਾਣ ਨਾਲ ਅਖਵਾਵੇ, ਗੁਰਮਰਿਆਦਾ ਨੂੰ ਮੰਨੇ, ਗੁਰੂ ਗ੍ਰੰਥ ਸਾਹਿਬ ਦੇ ਅਨੁਸਾਰ ਆਪਣੇ ਜਿੰਨਾ ਹੋ ਸਕੇ ਜਿਹੜੇ ਕਾਰਜ ਵਿਧੀ ਅਪਣਾਵੇ, ਤੇ ਆਪਣੇ ਆਪ ਨੂੰ ਆਖੇ ਕਿ ਮੇਰਾ ਗੁਰੂ ਗ੍ਰੰਥ ਸਾਹਿਬ ਹੈ, ਇਹ ਤੋਂ ਸਿਵਾਏ ਮੈਂ ਕਿਸੇ ਨੂੰ ਨਹੀਂ ਮੰਨਦਾ। ਇਹ ਕਮੇਟੀਆਂ ਵਾਲੇ ਅਤੇ ਜਥੇਦਾਰ ਜੋ ਮਰਜ਼ੀ ਆਖਣ, ਇਹਨਾਂ ਦੀ ਪਰਵਾਹ ਨਾ ਕਰੀ। ਬਹੁਤ ਬਹੁਤ ਧੰਨਵਾਦ ਜੀ, ਬਹੁਤ ਹੀ ਵਧੀਆ ਢੰਗ ਨਾਲ ਆਪ ਜੀ ਨੇ ਆਪਣੇ ਸਾਰੇ ਜੋ ਵੀਰ ਨੇ ਜਿਨ੍ਹਾਂ ਨੇ ਸਵਾਲ ਕੀਤੇ ਸੀ ਉਹਨਾਂ ਦੇ ਜਵਾਬ ਦਿੱਤੇ ਹੈ। ਤੇ ਅੱਜ ਦੇ ਮੇਰਾ ਖਿਆਲ ਹੈ ਜਿਹੜੇ ਸਵਾਲ ਨੇ ਤੇ ਉਹ ਸਾਡੇ ਕੋਲ ਪੂਰੇ ਹੋ ਚੁੱਕੇ ਨੇ, ਕਿਉਂਕਿ ਆਪਾਂ ਸਮਾਂ ਵੀ ਬਹੁਤ ਜ਼ਿਆਦਾ ਨਹੀਂ ਰੱਖਣਾ ਹੁੰਦਾ। ਤਕਰੀਬਨ 24-25 ਮਿੰਟ ਸਾਡੇ ਹੋ ਗਏ ਨੇ। ਸੋ ਬਾਪੂ ਜੀ ਅਗਲੇ ਹਫਤੇ ਫਿਰ ਅਸੀਂ ਸਵਾਲਾਂ ਦਾ ਜਿਹੜਾ ਸਿਲਸਿਲਾ ਹੈ ਉਹ ਅੱਗੇ ਵਧਾਵਾਂਗੇ, ਪਰ ਅੱਜ ਅਸੀਂ ਇੱਥੇ ਹੀ ਆਪਣੀਆਂ ਸੰਗਤਾਂ ਨੇ ਜਿਹੜੇ ਸੁਣ ਰਹੇ ਨੇ, ਪ੍ਰੋਗਰਾਮ ਦੇਖ ਰਹੇ ਨੇ, ਉਹਨਾਂ ਤੋਂ ਇਜਾਜ਼ਤ ਲੈਣੇ ਆ। ਹੋਈਆਂ ਭੁੱਲਾਂ ਚੁੱਕਾਂ ਲਈ, ਗਲਤੀਆਂ ਲਈ ਮਾਫੀ ਦੇਣੀ। ਆਪ ਜੀ ਦਾ ਬਹੁਤ ਬਹੁਤ ਧੰਨਵਾਦ, ਫਤਿਹ ਬੁਲਾਉਂਦੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।